ਐਸਆਈਟੀ ਨੇ ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਨਾਮਜ਼ਦ ਕੀਤਾ ਹੈ। ਸੁਮੇਧ ਸੈਣੀ ਨੂੰ ਇਰਾਦਾ ਕਤਲ ਵਰਗੀਆਂ ਕਈ ਗੰਭੀਰ ਧਾਰਾਵਾਂ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਕਾਂਗਰਸ ਬਾਰੇ ਦਿੱਤੇ ਬਿਆਨ ਤੇ ਹਰੀਸ਼ ਰਾਵਤ ਨੇ ਕਿਹਾ ਕਿ ਉਹਨਾਂ ਨੇ ਸੁਨੀਲ ਜਾਖੜ ਦੇ ਕੰਮ ਉੱਤੇ ਕੋਈ ਸਵਾਲ ਨਹੀਂ ਚੁੱਕਿਆ। ਜਾਖੜ ਦੇ ਨਾਲ ਕੰਮ ਕਰਨਾ ਉਹਨਾਂ ਦੇ ਲਈ ਖੁਸ਼ੀ ਦੀ ਗੱਲ ਹੈ। ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਸ਼ਬਦੀ ਵਾਰ ਕੀਤੇ। ਉਹਨਾਂ ਕਿਹਾ ਕਿ ਇਸ ਦੀ ਕੋਈ ਗਾਰੰਟੀ ਨਹੀਂ ਅੱਜ ਸਿੱਧੂ ਕਿੱਥੇ ਨੇ ਕੱਲ ਕਿੱਥੇ ਹੋਣਗੇ, ਪਰ ਇਸ ਗੱਲ ਦੀ ਪੂਰੀ ਗਾਰੰਟੀ ਹੈ ਕਿ ਸਿੱਧੂ ਕਦੇ ਅਕਾਲੀ ਦਲ ਦੇ ਵਿੱਚ ਨਹੀਂ ਹੋਣਗੇ। ਸੁਖਬੀਰ ਨੇ ਇਹ ਵੀ ਕਿਹਾ ਕਿ ਜੋ ਚਾਹੇ ਉਹ ਸ਼੍ਰੋਮਣੀ ਕਮੇਟੀ ਚੋਣਾਂ ਲੜੇ, ਸਾਰਿਆਂ ਦਾ ਸਵਾਗਤ ਹੈ। ਸ਼੍ਰੋਮਣੀ ਕਮੇਟੀ ਤੇ ਸਵਾਲ ਚੁੱਕਣ ਵਾਲਿਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਉਧਰ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧੇ। ਉਹਨਾਂ ਪ੍ਰਧਾਨ ਮੰਤਰੀ ਤੋਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਮੰਗ ਕੀਤੀ ਅਤੇ ਕੈਪਟਨ ਨੂੰ ਦਿੱਲੀ ਦੇ ਵਿੱਚ ਧਰਨਾ ਲਗਾਉਣ ਦੀ ਨਸੀਹਤ ਦਿੱਤੀ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਮੀਟਿੰਗ ਕਰਨ ਦਾ ਮੁੜ ਤੋਂ ਸੱਦਾ ਦਿੱਤਾ ਹੈ। ਖੇਤੀਬਾੜੀ ਵਿਭਾਗ ਨੇ 14 ਅਕਤੂਬਰ ਨੂੰ ਕਿਸਾਨਾਂ ਨੂੰ ਮੀਟਿੰਗ ਦੇ ਲਈ ਸੱਦਾ ਭੇਜਿਆ ਹੈ। ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਇੱਕ ਹੋਰ ਅਹਿਮ ਬੈਠਕ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ। ਬੈਠਕ ਦੇ ਵਿੱਚ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਫੈਸਲਾ ਹੋਣ ਦੀ ਉਮੀਦ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਆਮ ਆਦਮੀ ਪਾਰਟੀ 12 ਅਕਤੂਬਰ ਨੂੰ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਧਰਨਾ ਦੇਵੇਗੀ। ਇਹ ਐਲਾਨ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਨਾਲ ਕਿਸਾਨ ਬਰਬਾਦ ਹੋ ਜਾਵੇਗਾ। ਖੇਤੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਪੰਜਾਬ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਏਗੀ। 13 ਅਕਤੂਬਰ ਤੋਂ ਕੇਂਦਰ ਸਰਕਾਰ ਦੇ 10 ਮੰਤਰੀ ਪੰਜਾਬ ਦੇ ਵਿੱਚ ਵਰਚੁਅਲ ਰੈਲੀਆਂ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਰੈਲੀ ਕਰਨਗੇ। ਕਾਂਗਰਸ ਦੇ ਸੰਸਦ ਮਨੀਸ਼ ਤਿਵਾੜੀ ਨੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਮੰਡੀਆਂ ਦੇ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। मैं और वीरेंद्र ढिल्लों जी और बाकी साढ़े सारे साथी और नूरपुर बेदी चार मंडियां दौरा करके आए हैं। अज रोपड़ आए हैं। असी आप मॉनिटर कर रहे हैगे है कि जी खरीद है वो ठीक चल रही है कि नहीं, की खामियां तुहानूं लगियां ने मंडियां कुछ है थोड़ी किते प्रॉब्लम होंदी हैगी है जदों लिफ्टिंग होंदी हैगी है, तो जिथे जिथे अपनी कोई समस्या आई है उन्होंने असी हल करने की कोशिश की। ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 1 ਦੇ ਵਿੱਚ ਡਿਸਕੋ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ। ਗੋਲੀਬਾਰੀ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਨੇੜਲੇ ਸਾਥੀ ਗੁਰਲਾਲ ਬਰਾੜ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਵਿੱਚ ਪਤੀ ਵੱਲੋਂ ਕੀਤੀ ਖੁਦਕੁਸ਼ੀ ਤੋਂ ਬਾਅਦ ਉਸ ਦੀ ਪਤਨੀ ਨੇ ਵੀ ਆਤਮ ਹੱਤਿਆ ਕਰ ਲਈ। ਮਹਿਲਾ ਦਾ ਪਤੀ ਇੱਕ ਮਹਿਲਾ ਪੁਲਿਸ ਕਰਮਚਾਰੀ ਦੀ ਬਲੈਕਮੇਲਿੰਗ ਤੋਂ ਪਰੇਸ਼ਾਨ ਸੀ। ਜੋ ਇਲਜ਼ਾਮ ਨੇ ਪੁਲਿਸ ਕਰਮਚਾਰੀ ਤੇ ਸ਼ਖਸ ਤੋਂ 18 ਲੱਖ ਰੁਪਏ ਠੱਗਣ ਦਾ ਇਲਜ਼ਾਮ ਲੱਗਿਆ ਹੈ। ਫਿਰੋਜ਼ਪੁਰ ਦੇ ਜ਼ੀਰਾ ਇਲਾਕੇ ਦੇ ਵਿੱਚ 3 ਅਕਤੂਬਰ ਨੂੰ ਹੋਈ ਖੁਦਕੁਸ਼ੀ ਦੇ ਮਾਮਲੇ 'ਚ ਦੱਸ ਦਈਏ ਕਿ ਮਾਮਲਾ ਕਤਲ ਦਾ ਨਿਕਲਿਆ। ਇਸ ਵਾਰਦਾਤ ਨੂੰ ਅੰਜਾਮ ਮ੍ਰਿਤਕ ਦੀ ਪਤਨੀ ਨੇ ਹੀ ਦਿੱਤਾ, ਜਿਸ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ। ਸਾਰੀ ਵੈਰੀਫਿਕੇਸ਼ਨ ਕਰੀ। ਜਿਹੜਾ ਗੁਰਦੀਪ ਸਿੰਘ ਉਹਦੇ ਬ੍ਰਦਰ ਨੇ ਕਿਹਾ ਵੀ ਮੈਨੂੰ ਡਾਊਟ ਆ, ਤਾਂ ਜਦੋਂ ਸਾਰਾ ਫੈਕਟ ਕਲੀਅਰ ਕਰੇ ਤਾਂ ਉਹਦਾ ਮਰਡਰ ਹੋਣਾ ਪਾਇਆ ਗਿਆ। ਫਿਰ ਜਿਹੜਾ ਇਹਦਾ ਮਰਨ ਵਾਲਾ ਗੁਰਦੀਪ ਸਿੰਘ ਆ ਉਹਦੇ ਬ੍ਰਦਰ ਦੇ ਬਿਆਨ ਤੇ ਜਿਹੜਾ FIR ਜਿਹੜੀ 302 4 ਬੰਦਿਆਂ ਦੇ ਖਿਲਾਫ ਦਰਜ ਕੀਤੀ ਆ। ਪਠਾਨਕੋਟ ਦੇ ਭੋਆ ਦੇ ਵਿੱਚ 3 ਵਿਅਕਤੀਆਂ ਦੇ ਵੱਲੋਂ ਇੱਕ ਮਹਿਲਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ। ਘਟਨਾ 7 ਸਤੰਬਰ ਦੀ ਹੈ, ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਸਥਾਨਕ ਵਿਧਾਇਕ ਨੇ ਪੀੜਤ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਸਮਰਾਲਾ ਦੇ ਵਿੱਚ ਇੱਕ ਮਹਿਲਾ ਨੇ ਆਪਣੇ 2 ਮਹੀਨੇ ਦੇ ਪੋਤੇ ਤੇ ਗਰਮ ਸਬਜ਼ੀ ਸੁੱਟ ਦਿੱਤੀ। ਬੱਚੇ ਦੀ ਮਾਂ ਨੇ ਆਪਣੀ ਮਤਰੀ ਸੱਸ ਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਦਿੱਤੀ ਹੈ। ਮਹਿਲਾ ਨੇ ਆਪਣੀ ਸੱਸ ਤੇ ਜ਼ਮੀਨ ਹਥਿਆਉਣ ਦਾ ਇਲਜ਼ਾਮ ਵੀ ਲਗਾਇਆ। के 6 बजे रोज़ बोलन लगे, गाना कढ़न लगे। पहले मैनू गाना कढ़ियाँ, मेरे हसबैंड 7:30 बजे घरे आए। फिर उन्होंने कलेस करना। मैं रोटी पा रही थी, मैं रोटी पा के मेरे घर वाले गाना कढ़ के फिर उन्होंने फड़ लिया। तो मेरी सस ने मेरे मुंडे लत्त मार के सब्जी च मारिया, भगा के रोटी पाई हुई सी मंजे ते। ਇਹਦੀ ਸਾਰੀ ਬਾਂਹ ਜਲ ਗਈ ਤੇ ਪਿੱਠ ਜਲ ਗਈ ਪਿੱਛੇ ਤੋਂ। ਮੈਂ ਤਾਂ ਉਹਨਾਂ ਨੂੰ ਬਸ ਮੈਨੂੰ ਜਿਹੜੀ ਸਜ਼ਾ ਬਣਦੀ ਆ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਖਿਲਾਫ। ਪਟਿਆਲਾ ਦੇ ਵਿੱਚ ਮਾਮੂਲੀ ਵਿਵਾਦ ਨੂੰ ਲੈ ਕੇ 3 ਵਿਅਕਤੀਆਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ। ਪੀੜਤਾਂ ਦੇ ਵਿੱਚ 2 ਔਰਤਾਂ ਵੀ ਸ਼ਾਮਲ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਨਾਲਾਗੜ੍ਹ ਦੇ ਵਿੱਚ ਕਬਾੜ ਗੋਦਾਮ ਮਾਲਕ ਤੇ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗੋਲੀकांड ਦੇ ਵਿੱਚ ਵਰਤੀ ਗੱਡੀ ਅਤੇ ਦੇਸੀ ਕੱਟਾ ਵੀ ਬਰਾਮਦ ਕਰ ਲਿਆ।
ਪੰਜਾਬ ਦੇ ਵਿੱਚ ਕੋਵਿਡ ਸੈਂਟਰ ਬੰਦ ਹੋਣ ਦੇ ਨਾਲ ਬੇਰੁਜ਼ਗਾਰ ਹੋਏ ਵਲੰਟੀਅਰਸ ਨੇ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਕੀਤਾ। ਵਲੰਟੀਅਰਾਂ ਨੇ ਸਰਕਾਰ ਤੋਂ ਯੋਗਤਾ ਮੁਤਾਬਕ ਨੌਕਰੀ ਦੀ ਮੰਗ ਕੀਤੀ। ਕੰਮ ਕੀਤਾ ਕੋਵਿਡ ਕੇਅਰ ਮੈਡੀਟੋਰੀ ਸਕੂਲ 'ਚ ਔਰ ਸਾਨੂੰ ਇੱਕਦਮ ਇਹਨਾਂ ਨੇ ਕੱਢਤਾ ਹੋਇਆ ਵਾ। ਸਾਨੂੰ ਇਦਾਂ ਇਹਨਾਂ ਸਾਡੇ ਨਾਲ ਇਦਾਂ ਕਰਨਾ ਹੀ ਨਹੀਂ ਚਾਹੀਦਾ। ਅਸੀਂ ਇਹਨਾਂ ਦੀ ਇੱਕਦਮ ਔਖੇ ਵੇਲੇ ਹੈਲਪ ਕੀਤੀ ਹੈ ਸਰਕਾਰ ਨੂੰ ਸਾਨੂੰ ਸਾਡੇ ਔਖੇ ਸਾਡੇ ਨਾਲ ਕਰਨਾ ਚਾਹੀਦਾ ਆ। ਸਰਕਾਰ ਬੇਰੁਜ਼ਗਾਰ ਕਿੰਨੇ ਘਰ ਘਰ ਬੇਰੁਜ਼ਗਾਰ ਦੇਣਾ ਆ। ਕਰੋਨਾ ਕਾਲ ਦੌਰਾਨ ਨਾ ਕਬੱਡੀ ਖਿਡਾਰੀਆਂ ਨੇ ਪ੍ਰੈਕਟਿਸ ਕੀਤੀ ਤੇ ਨਾ ਹੀ ਕੋਈ ਹੋਰ ਟੂਰਨਾਮੈਂਟ ਹੋਇਆ ਤੇ ਹੁਣ ਕਰੋਨਾ ਘੱਟ ਹੋਣ ਨਾਲ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਦੁਰਾਹਾ ਦੇ ਇੱਕ ਪਿੰਡ ਦੇ ਵਿੱਚ ਪ੍ਰੈਕਟਿਸ ਮੈਚ ਕਰਵਾਇਆ। ਕਿਉਂਕਿ ਜਿਵੇਂ 8 ਮਹੀਨੇ ਹੋ ਗਏ ਆ ਕਰੋਨਾ ਜਿਹੜਾ ਬਿਮਾਰੀ ਲੱਗੀ ਹੈ ਆਈ ਹੈ ਸਾਰੇ ਦੇਸ਼ ਵਿੱਚ ਵਰਲਡ ਦੇ ਵਿੱਚ, ਉਸ ਕਰਕੇ ਲੋਕੀ ਸਾਰੇ ਆਪਣੇ ਘਰਾਂ 'ਚ ਬੈਠੇ ਹੋਏ ਸੀ। ਇਹ ਖਿਡਾਰੀਆਂ ਨੂੰ ਇੱਥੇ ਸੱਦ ਕੇ ਅੱਜ ਜਿਹੜਾ ਪਹਿਲਾ ਫਿਟਨੈਸ ਲਈ ਇਹ ਕੈਂਪ ਲਾਇਆ ਗਿਆ ਸੀ। ਯਮੁਨਾਨਗਰ ਦੇ ਫੈਜ਼ਪੁਰ ਦੇ ਵਿੱਚ 7 ਫੁੱਟ ਦੇ ਅਜਗਰ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ। ਮੌਕੇ ਤੇ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ ਨੇ ਅਜਗਰ ਨੂੰ ਕਾਬੂ ਕਰਕੇ ਜੰਗਲ ਦੇ ਵਿੱਚ ਛੱਡਿਆ। ਹੁਣ ਅੱਗੇ ਵਧਦੇ ਹਾਂ ਖਬਰਾਂ ਵਿਸਥਾਰ ਦੇ ਨਾਲ ਦੇਖਾਂਗੇ ਤੇ ਗੱਲ ਹੋਵੇਗੀ ਕਿਸਾਨਾਂ ਦੇ ਪ੍ਰਦਰਸ਼ਨ ਦੀ। ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਸੱਦਾ ਲੈ ਕੇ ਪਹੁੰਚੀ ਹੈ ਕੇਂਦਰ ਦੀ ਸਰਕਾਰ। ਵੱਡੀ ਖਬਰ ਇਸ ਸਮੇਂ ਦੀ ਨਿਊਜ਼ 18 ਤੁਹਾਨੂੰ ਦੇ ਰਿਹਾ ਹੈ। ਕਿਸਾਨ ਜਥੇਬੰਦੀਆਂ ਨੂੰ ਇੱਕ ਵਾਰ ਫਿਰ ਤੋਂ ਸੱਦਾ ਦਿੱਤਾ ਗਿਆ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਗੱਲਬਾਤ ਦੇ ਲਈ। 14 ਤਰੀਕ ਯਾਨੀ ਕਿ ਬੁੱਧਵਾਰ ਨੂੰ ਸਵੇਰੇ 11:30 ਵਜੇ ਸੱਦਾ ਦਿੱਤਾ ਗਿਆ ਕਿ ਤੁਸੀਂ ਆਓ ਗੱਲਬਾਤ ਕਰੀਏ ਇਸ ਪੂਰੇ ਮੁੱਦੇ ਉੱਤੇ ਜੋ ਖੇਤੀ ਕਾਨੂੰਨ ਦਾ ਮੁੱਦਾ ਹੈ ਜਿਸ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। ਤੇ ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਵਿਭਾਗ ਦੇ ਵੱਲੋਂ ਇਹ ਸੱਦਾ ਭੇਜਿਆ ਗਿਆ ਹੈ। ਕੇਂਦਰੀ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸੱਦਾ ਭੇਜਿਆ। ਪਹਿਲਾਂ 8 ਅਕਤੂਬਰ ਨੂੰ ਵੀ ਗੱਲਬਾਤ ਦਾ ਸੱਦਾ ਭੇਜਿਆ ਗਿਆ ਸੀ। ਉਸ ਇਨਵੀਟੇਸ਼ਨ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇਤਰਾਜ਼ ਜਤਾਏ ਗਏ ਕਿ 5 ਤੋਂ 6 ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਭੇਜ ਦਿੱਤਾ ਗਿਆ ਈਮੇਲ ਦੇ ਜ਼ਰੀਏ ਇਹ ਸੱਦਾ। ਤੇ ਉਸ ਦੇ ਵਿੱਚ ਗੱਲ ਇਹ ਸੀ ਕਿ ਤੁਸੀਂ ਆਓ ਤੁਹਾਨੂੰ ਸਮਝਾਉਂਦੇ ਹਾਂ ਕਿ ਕਿਵੇਂ ਤੁਹਾਡੇ ਖਿਲਾਫ ਕਾਨੂੰਨ ਨਹੀਂ ਹੈ। ਕਿਸਾਨ ਇਹ ਕਹਿੰਦੇ ਨਜ਼ਰ ਆਏ ਨੇ ਕਿ ਇਹ ਤਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਕਾਨੂੰਨ ਕੀ ਨੇ। ਤੇ ਕਿਸਾਨ ਕਹਿੰਦੇ ਨੇ ਕਿ ਅਸੀਂ ਆਲਰੇਡੀ ਇਸ ਚੀਜ਼ ਨੂੰ ਸਮਝਦੇ ਹਾਂ ਕਿ ਕਿਸਾਨ ਸਮਝਦਾ ਕਿ ਕਿਸ ਤਰੀਕੇ ਦੇ ਕਾਨੂੰਨ ਨੇ, ਇਸ ਕਰਕੇ ਸਮਝਣ ਦੀ ਨਹੀਂ ਸਮਝਾਉਣ ਦੀ ਨਹੀਂ ਬਲਕਿ ਤੁਸੀਂ ਆਓ ਗੱਲਬਾਤ ਕਰੋ ਕਿ ਆਖਿਰ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਕਿਵੇਂ ਬਦਲਾਅ ਕਰੋਗੇ ਕਾਨੂੰਨ ਦੇ ਵਿੱਚ ਜਾਂ ਜਿਹੜੀਆਂ ਚੀਜ਼ਾਂ ਜਿਹਨਾਂ ਦੇ ਖਦਸ਼ੇ ਨੇ ਉਹ ਕਿਵੇਂ ਦੂਰ ਕਿਸਾਨਾਂ ਦੇ ਕਿਤੇ ਜਾਣਗੇ। ਤਾਂ 14 ਅਕਤੂਬਰ 2 ਦਿਨ ਬਾਅਦ ਯਾਨੀ ਕਿ ਬੁੱਧਵਾਰ ਦੇ ਦਿਨ ਸਵੇਰੇ 11:30 ਵਜੇ ਮੀਟਿੰਗ ਦੇ ਲਈ ਸੱਦਿਆ ਗਿਆ ਹੈ। ਉਹ ਲੈਟਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਕਸਕਲੂਸਿਵ ਜੋ ਇਨਵੀਟੇਸ਼ਨ ਲੈਟਰ ਪਹੁੰਚਿਆ 14 ਅਕਤੂਬਰ ਨੂੰ ਸਵੇਰੇ 11:30 ਵਜੇ ਮੀਟਿੰਗ ਦੇ ਲਈ ਸੱਦਿਆ ਗਿਆ ਹੈ। ਰੁਕ ਕਰਦੇ ਹਾਂ ਰੋਹਿਤ ਬੰਸਲ ਮੇਰੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਰੋਹਿਤ, ਕੀ ਕੁਝ ਇਸ ਲੈਟਰ ਦੇ ਵਿੱਚ ਮੈਂਸ਼ਨ ਕੀਤਾ ਗਿਆ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਨਵੀਟੇਸ਼ਨ ਨੂੰ ਲੈ ਕੇ, ਸੱਦਾ ਪੱਤਰ ਨੂੰ ਲੈ ਕੇ? ਜੀ ਬਿਲਕੁਲ ਗੌਰਵ, ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਕੇਂਦਰ ਦੇ ਜੋ ਖੇਤੀਬਾੜੀ ਸੈਕਟਰੀ ਹੈ ਉਹਨਾਂ ਨਾਲ ਆ ਕੇ ਮੁਲਾਕਾਤ ਕੀਤੀ ਜਾਵੇ, ਪਰ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਦਾ ਸੱਦਾ ਪੱਤਰ ਠੁਕਰਾਤਾ ਸੀ ਔਰ ਉਹਨਾਂ ਨੇ ਮੁਲਾਕਾਤ ਤੋਂ ਸਾਫ਼ ਇਨਕਾਰ ਕਰਤਾ ਸੀ। ਉਹਨਾਂ ਦਾ ਸਾਫ਼-ਸਾਫ਼ ਕਹਿਣਾ ਸੀ ਕਿ ਸਾਨੂੰ ਸਰਕਾਰ ਬੁਲਾਵੇ, ਸਾਡੀ ਮੰਤਰੀ ਨਾਲ ਮੁਲਾਕਾਤ ਹੋਵੇ, ਅਸੀਂ ਸੈਕਟਰੀ ਨਾਲ ਮੁਲਾਕਾਤ ਨਹੀਂ ਕਰਨੀ। ਤਾਂ ਉਸ ਤੋਂ ਬਾਅਦ ਸੰਜੇ ਅਗਰਵਾਲ ਜੋ ਸੈਕਟਰੀ ਨੇ ਐਗਰੀਕਲਚਰ ਦੇ, ਉਹਨਾਂ ਦਾ ਕੱਲ ਦੀ ਜੋ ਚਿੱਠੀ ਹੈ ਪਰ ਕਿਸਾਨਾਂ ਨੂੰ ਅੱਜ ਮਿਲੀ ਹੈ। ਕਿਸਾਨਾਂ ਨੂੰ ਈਮੇਲ ਔਰ WhatsApp ਦੋਨਾਂ ਦੇ ਜ਼ਰੀਏ ਇਹ ਚਿੱਠੀ ਭੇਜੀ ਗਈ ਹੈ ਜਿਸ ਦੇ ਵਿੱਚ 29 ਵੱਖ-ਵੱਖ ਕਿਸਾਨ ਯੂਨੀਅਨਾਂ ਪੂਰੇ ਦੇਸ਼ ਦੀਆਂ, ਜਿਸ ਦੇ ਵਿੱਚ ਕੁਝ ਕਿਸਾਨ ਯੂਨੀਅਨਾਂ ਹਰਿਆਣਾ ਦੀਆਂ ਵੀ ਹੈ ਔਰ ਪੰਜਾਬ ਦੀਆਂ ਵੀ ਹੈ ਔਰ ਵੱਖ-ਵੱਖ ਦੇਸ਼ ਦੇ ਕੋਨਿਆਂ ਦੀ ਯੂਨੀਅਨ ਹੈ, ਉਹਨਾਂ ਨੂੰ ਸੱਦਾ ਭੇਜਿਆ ਗਿਆ। ਉਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਜੋ ਕੇਂਦਰ ਸਰਕਾਰ ਜੋ ਕਿਸਾਨ ਅੰਦੋਲਨ ਕਰ ਰਹੀ ਹੈ ਉਹਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਔਰ ਇਸ ਦੇ ਲਈ ਕੇਂਦਰ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨ ਲਈ ਉਤਸੁਕ ਹੈ। ਜੋ ਇਸ ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਜੋ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੇ ਅੰਦੋਲਨ ਕੀਤੇ ਜਾ ਰਹੇ ਆ ਉਸ ਨੂੰ ਕੇਂਦਰ ਹਮੇਸ਼ਾ ਗੰਭੀਰਤਾ ਨਾਲ ਲੈਂਦਾ ਔਰ ਕੇਂਦਰ ਜੋ ਖੇਤੀਬਾੜੀ ਦੇ ਕੰਮ ਹੈ ਉਹਨੂੰ ਗੰਭੀਰਤਾ ਨਾਲ ਲੈਂਦਾ। ਇਸ ਦੇ ਲਈ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਉਤਸੁਕ ਹੈ। ਔਰ 14 ਅਕਤੂਬਰ 2020 ਨੂੰ ਸਵੇਰੇ 11:30 ਵਜੇ ਜੋ ਖੇਤੀਬਾੜੀ ਡਿਪਾਰਟਮੈਂਟ ਹੈ ਦਿੱਲੀ ਦਾ, ਉਸ ਦੇ ਕਮਰਾ ਨੰਬਰ 142 ਦੇ ਵਿੱਚ ਇਹ ਮੁਲਾਕਾਤ ਬੁਲਾਈ ਗਈ ਹੈ। ਸੋ ਦੇਖਣਾ ਹੁਣ ਇਹ ਹੋਏਗਾ ਕਿ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਅੱਗੇ ਨੂੰ ਲੈ ਕੇ ਕੀ ਫੈਸਲਾ ਲੈਂਦੀਆਂ ਨੇ, ਕਿਉਂਕਿ 13 ਤਰੀਕ ਨੂੰ ਵੀ ਕਿਸਾਨ ਯੂਨੀਅਨ ਦੀ ਮੀਟਿੰਗ ਰੱਖੀ ਗਈ ਹੈ, 14 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਹੈ ਔਰ 15 ਤਰੀਕ ਨੂੰ ਦੁਬਾਰਾ ਕਿਸਾਨਾਂ ਦੀ ਮੀਟਿੰਗ ਹੈ। ਤਾਂ 13 ਤਰੀਕ ਦੀ ਮੀਟਿੰਗ ਦੇ ਵਿੱਚ ਸ਼ਾਇਦ ਇਹ ਡਿਸਾਈਡ ਕੀਤਾ ਜਾਏਗਾ ਕਿ ਦੁਬਾਰਾ ਗੱਲਬਾਤ ਲਈ ਜੋ ਸੱਦਾ ਆਇਆ ਉਸ ਦੇ ਵਿੱਚ ਸ਼ਾਮਿਲ ਹੋਇਆ ਜਾਵੇ ਜਾਂ ਨਾ ਹੋਇਆ ਜਾਵੇ। ਇਸ ਦੇ ਵਿੱਚ ਮੁੱਖ ਤੌਰ ਤੇ ਜੋ ਪੰਜਾਬ ਦੀ ਜੇ ਮੈਂ ਕਿਸਾਨ ਯੂਨੀਅਨ ਦੀ ਗੱਲ ਕਰਾਂ ਤਾਂ ਰੁਲਦਾ ਸਿੰਘ ਜੋ ਮਾਨਸਾ ਦੇ ਕਿਸਾਨ ਆਗੂ ਨੇ ਉਹਨਾਂ ਨੂੰ ਸੱਦਾ ਆਇਆ, ਜੋਗਿੰਦਰ ਸਿੰਘ ਉਗਰਾਹਾਂ, ਸੁਰਜੀਤ ਸਿੰਘ ਫੂਲ, ਜਗਜੀਤ ਸਿੰਘ ਦਾਨੇਵਾਲ, ਹਰਮੀਤ ਸਿੰਘ,
ਜੋ ਕਾਦੀਆਂ ਦੇ ਨੇ, ਬਲਬੀਰ ਸਿੰਘ ਰਾਜੇਵਾਲ ਜੋ ਰਾਜੇਵਾਲ ਦੇ ਨੇ, ਸਤਨਾਮ ਸਿੰਘ ਸਾਨੀ ਜੋ ਦੁਆਬਾ ਤੋਂ ਨੇ, ਬੋਪ ਸਿੰਘ ਮਾਨਸਾ, ਔਰ ਇਸ ਤੋਂ ਇਲਾਵਾ ਕਰੀਬ 29 ਕਿਸਾਨ ਯੂਨੀਅਨ ਨੇ ਜਿਨ੍ਹਾਂ ਨੂੰ ਇਹ ਵੱਖ-ਵੱਖ ਸੱਦਾ ਦਿੱਤਾ ਗਿਆ। ਸੋ ਦੇਖਣਾ ਇਹ ਹੋਏਗਾ ਕਿ ਕਿਸਾਨ ਹੁਣ ਇਸ ਸੱਦੇ ਨੂੰ ਕਬੂਲਦੇ ਨੇ ਜਾਂ ਪਹਿਲਾਂ ਦੀ ਤਰ੍ਹਾਂ ਹੀ ਇਹ ਸੱਦਾ ਠੁਕਰਾਇਆ ਜਾਵੇਗਾ। ਜੀ ਠੀਕ ਹੈ ਰੋਹਿਤ, ਦੇਖੋ ਜਦੋਂ ਪਹਿਲਾ ਇਨਵੀਟੇਸ਼ਨ ਆਇਆ ਤਾਂ ਇਤਰਾਜ਼ ਉਸ ਦੇ ਉੱਤੇ ਵੀ ਇਹੀ ਸੀ ਕਿ 77 ਲੈਵਲ ਦੇ ਅਧਿਕਾਰੀ ਭੇਜਦੇ ਨੇ, ਸਾਡੀ ਮੀਟਿੰਗ ਕਰਵਾਓ ਸਿੱਧਾ, ਜਾਂ ਤਾਂ ਤੁਸੀਂ ਕਿਸਾਨ ਜਥੇਬੰਦੀਆਂ ਜੋ ਕਹਿ ਰਹੀਆਂ ਸੀ ਜਾਂ ਤਾਂ ਖੇਤੀਬਾੜੀ ਮੰਤਰੀ ਦੇ ਨਾਲ ਜਾਂ ਫਿਰ ਪ੍ਰਧਾਨ ਮੰਤਰੀ ਦੇ ਨਾਲ। ਪਰ ਜਿਹੜੀ ਹੁਣ ਵੀ ਲੈਟਰ ਹੈ ਇਸ ਦੇ ਵਿੱਚ ਮੈਂਸ਼ਨ ਕੁਝ ਨਹੀਂ ਹੈ ਕਿ ਕਿਸ ਦੇ ਨਾਲ ਤੁਹਾਡੀ ਮੁਲਾਕਾਤ ਹੋਏਗੀ, ਨਹੀਂ ਹੋਏਗੀ, ਕੀ ਗੱਲਬਾਤ ਹੋਣੀ ਹੈ ਜਾਂ ਕਿਸ ਤਰੀਕੇ ਨਾਲ ਗੱਲਬਾਤ ਹੋਏਗੀ। ਇਸ ਚਿੱਠੀ ਦੇ ਵਿੱਚ ਸਾਫ਼ ਤੌਰ ਤੇ ਕੁਝ ਵੀ ਜ਼ਿਕਰ ਨਹੀਂ ਕੀਤਾ ਗਿਆ, ਪਰ ਇਹ ਚਿੱਠੀ ਸੰਜੇ ਅਗਰਵਾਲ ਵੱਲੋਂ ਬੇਸਿਕਲੀ ਇਸ ਦੇ ਵਿੱਚ ਇੱਕ ਲਾਈਨ ਮੈਂਸ਼ਨ ਕੀਤੀ ਗਈ ਹੈ ਕਿ ਕੇਂਦਰ ਜੋ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਉਸ ਨੂੰ ਲੈ ਕੇ ਭਾਰਤ ਸਰਕਾਰ ਗੰਭੀਰ ਹੈ, ਭਾਰਤ ਸਰਕਾਰ ਖੇਤੀਬਾੜੀ ਪ੍ਰਤੀ ਗੰਭੀਰ ਹੈ, ਇਸ ਲਈ ਕੇਂਦਰ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਕਿਸੇ ਵਿਅਕਤੀ ਦਾ ਨਾਮ ਨਹੀਂ ਇੱਥੇ ਮੈਂਸ਼ਨ ਕਰ ਦਿੱਤਾ ਗਿਆ ਕਿ ਫਲਾਨਾ ਮੰਤਰੀ ਹੋਏਗਾ ਜਾਂ ਪ੍ਰਧਾਨ ਮੰਤਰੀ ਹੋਏਗਾ ਜਾਂ ਕਿਸ ਦੇ ਨਾਲ ਮੁਲਾਕਾਤ ਹੋਏਗੀ, ਪਰ ਕੇਂਦਰ ਸਰਕਾਰ ਜੋ ਸ਼ਬਦ ਵਰਤਿਆ ਗਿਆ ਤਾਂ ਉਸ ਦੇ ਵਿੱਚ ਸੰਜੇ ਅਗਰਵਾਲ ਜਨਰਲ ਸੈਕਟਰੀ ਜੋ ਸੈਕਟਰੀ ਨੇ ਐਗਰੀਕਲਚਰ ਦੇ, ਉਹਨਾਂ ਦਾ ਵੀ ਨਾਮ ਆਉਂਦਾ। ਕਿਤੇ ਨਾ ਕਿਤੇ ਦੇਖਣਾ ਇਹ ਹੋਏਗਾ ਕਿ ਮੁਲਾਕਾਤ ਦੇ ਵਿੱਚ ਮੁੱਖ ਤੌਰ ਤੇ ਕਿਹੜੇ ਚਿਹਰੇ ਸ਼ਾਮਲ ਹੋ ਸਕਦੇ ਆ, ਸ਼ਾਇਦ ਉਸੇ ਨੂੰ ਲੈ ਕੇ ਕਿਸਾਨ ਯੂਨੀਅਨ ਅੱਗੇ ਦਾ ਫੈਸਲਾ ਲੈਣਗੇ, ਕਿਉਂਕਿ ਇਦਾਂ ਦਾ ਸੱਦਾ 8 ਤਰੀਕ ਲਈ ਪਹਿਲਾਂ ਵੀ ਆ ਚੁੱਕਿਆ ਜਿਸ ਨੂੰ ਕਿਸਾਨਾਂ ਨੇ ਠੁਕਰਾਤਾ ਸੀ, ਤਾਂ ਦੁਬਾਰਾ ਸੱਦਾ ਆਉਂਦਾ ਤਾਂ ਉਸ ਦੇ ਲਈ ਕੀ ਹੋਏਗਾ। ਦੂਜੇ ਪਾਸੇ ਅਸੀਂ ਬੀਜੇਪੀ ਆਗੂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ, ਉਹਨਾਂ ਦਾ ਕਹਿਣਾ ਹੈ ਕਿ ਗੱਲਬਾਤ ਦੇ ਨਾਲ ਹੀ ਮੁੱਦਿਆਂ ਦੇ ਹੱਲ ਹੋਣਗੇ। ਜੇ ਕੇਂਦਰ ਕੋਲੇ ਤੁਹਾਡੀ ਗੱਲ ਹੀ ਨਹੀਂ ਪਹੁੰਚੇਗੀ, ਟੇਬਲ ਤੇ ਬੈਠ ਕੇ ਇਹ ਮੁਲਾਕਾਤ ਹੋ ਸਕਦੀ ਹੈ ਔਰ ਟੇਬਲ ਤੇ ਬੈਠ ਕੇ ਤੁਸੀਂ ਆਪਣੀਆਂ ਮੰਗਾਂ ਰੱਖੋ, ਜੇ ਕਿਸੇ ਸੋਧ ਦੀ ਲੋੜ ਹੋਵੇ ਤਾਂ ਸੋਧ ਵੀ ਕੀਤੀ ਜਾਏਗੀ। ਖਾਸ ਤੌਰ ਤੇ ਕੇਂਦਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ, ਜੋ ਬੀਜੇਪੀ ਦੇ ਆਗੂ ਲਗਾਤਾਰ ਕਹਿ ਰਹੇ ਕਿ ਕਿਸਾਨ ਸਾਡੇ ਨਾਲ ਗੱਲਬਾਤ ਕਰਨ, ਅਸੀਂ ਸੈਂਟਰ ਨਾਲ ਗੱਲਬਾਤ ਕਰਾਂਗੇ, ਜੋ ਵੀ ਸੋਧ ਦੀ ਲੋੜ ਹੋਈ ਉਹ ਕੀਤੀ ਜਾਏਗੀ, ਜੇ ਕੁਝ ਹਟਾਉਣ ਦੀ ਲੋੜ ਆ ਉਹ ਹਟਾਇਆ ਜਾਏਗਾ, ਜੇ ਕੁਝ ਐਡ ਕਰਨ ਦੀ ਲੋੜ ਆ ਉਹ ਐਡ ਕੀਤਾ ਜਾਏਗਾ, ਪਰ ਗੱਲਬਾਤ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਜੀ ਗੌਰਵ। ਠੀਕ ਹੈ ਰੋਹਿਤ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਮੈਂ ਇੱਕ ਵਾਰੀ ਲੈਟਰ ਜ਼ਰੂਰ ਦੱਸਦਾ ਕਿ ਲੈਟਰ ਦੇ ਵਿੱਚ ਕੀ ਲਿਖਿਆ ਹੈ, ਕਿਸਾਨਾਂ ਨੂੰ ਸਮਝਣ ਦੇ ਵਿੱਚ ਆਸਾਨੀ ਹੋਵੇਗੀ, ਕਿਸਾਨ ਡਿਸਾਈਡ ਕਰਨਗੇ ਕਿ ਜਾਣਾ ਨਹੀਂ ਜਾਣਾ ਉਹ ਲਾਜ਼ਮੀ ਤੌਰ ਤੇ। ਇਸ ਲੈਟਰ ਦੇ ਵਿੱਚ ਲਿਖਿਆ ਗਿਆ, ਹਿੰਦੀ ਦੇ ਵਿੱਚ ਲੈਟਰ ਹੈ, 10 ਤਰੀਕ ਦੇ ਉਸ ਦੇ ਉੱਤੇ ਡੇਟ ਹੈ। ਸੰਜੇ ਅਗਰਵਾਲ ਜਿਹੜੇ ਸੈਕਟਰੀ ਨੇ ਉਹਨਾਂ ਦੇ ਵੱਲੋਂ ਇਹ ਲੈਟਰ ਭੇਜੀ ਗਈ ਹੈ। ਇਹ ਹੈਗੀ ਹੈ ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ, ਡਿਪਾਰਟਮੈਂਟ ਆਫ ਐਗਰੀਕਲਚਰ ਕਾਰਪੋਰੇਸ਼ਨ एंड फार्मर वेलफेयर, यानी कि खेतीबाड़ी विभाग के वालों भेजी गई है लेटर। मेंशन की है इस दे विच लिखा गया, पंजाब में विगत दिनों से कृषि संबंधी विषयों को लेकर किसान आंदोलनरत हैं। भारत सरकार कृषि को लेकर हमेशा गंभीर रही है, इसलिए केंद्र सरकार आपसे वार्ता हेतु उत्सुक है। कृपया दिनांक 14 अक्टूबर 2020 को प्रातः 11:30 बजे कमरा संख्या इतना कृषि मंत्रालय नई दिल्ली में चर्चा हेतु पधारने का कष्ट करें। खास ये भी है इस लैटर दे विच जो पिछली लैटर दे नालों वक्री है, जिवें रोहित भी दस रहे सी, पिछली बारी 5 ਤੋਂ 6 आगुओं का जिक्र किया गया सी, पर इस बार वक्रे है। इस बारी टोटल 29 किसान जथेबंदियां दे जिहड़े प्रधान ने या जिहड़े मुख आगू ने उन्हां दा नाम ते उन्हां दी जथेबंदी दा नाम ਇਹ ਮੈਂਸ਼ਨ ਕੀਤਾ ਗਿਆ। ਸਿਰਫ 2 ਲਾਈਨਾਂ ਕਿ ਤੁਹਾਡਾ ਅੰਦੋਲਨ ਜਾਰੀ ਹੈ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ, ਤੁਸੀਂ ਆਓ 14 ਅਕਤੂਬਰ ਨੂੰ ਬੈਠ ਕੇ ਗੱਲ ਕਰੀਏ। ਇਸ ਦੇ ਵਿੱਚ ਕਿਹੜੇ ਕਿਸਾਨ ਯੂਨੀਅਨ ਹੈ? क्रांतिकारी किसान यूनियन पंजाब, जमहूरी किसान सभा पंजाब, भारतीय किसान सभा डकौंदा, कुल हिंद किसान सभा पंजाब, कीर्ति किसान यूनियन ते इस दे नाल ही पंजाब किसान यूनियन, कुल हिंद किसान सभा पंजाब, किसान संघर्ष कमेटी, आजाद किसान संघर्ष कमेटी, जय किसान आंदोलन, किसान मजदूर संघर्ष कमेटी, किसान संघर्ष कमेटी, भारतीय किसान यूनियन एकता उग्राहां, भारतीय किसान यूनियन क्रांतिकारी, भारतीय किसान यूनियन सिद्धूपुर, बीकेयू कादियां, बीकेयू राजेवाल, बीकेयू दुआबा, बीकेयू मानसा, माझा कमेटी, ਇਹ 29 ਜਥੇਬੰਦੀਆਂ ਨੂੰ ਇਹ ਲੈਟਰ ਭੇਜਿਆ ਗਿਆ ਹੈ। ਇਸ ਸਮੇਂ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਨੇ ਸਰਵਣ ਸਿੰਘ ਪੰਧੇੜ ਜੀ, ਕਿਸਾਨ ਲੀਡਰ ਨੇ। ਸਭ ਤੋਂ ਪਹਿਲਾਂ ਪਿਛਲੀ ਵਾਰ ਪੰਧੇੜ ਸਾਹਿਬ ਦੇ ਵੱਲੋਂ ਹੀ ਕਿਹਾ ਗਿਆ ਸੀ ਕਿ ਅਸੀਂ ਗੱਲਬਾਤ ਕਰਨ ਦੇ ਲਈ ਨਹੀਂ ਜਾਣਾ। ਪੰਧੇੜ ਸਾਹਿਬ, ਲੈਟਰ ਇੱਕ ਵਾਰ ਫਿਰ ਤੋਂ ਆ ਗਿਆ, ਇੱਕ ਵਾਰ ਫਿਰ ਤੋਂ ਤੁਹਾਡੇ ਲਈ ਸੱਦਾ ਆ ਗਿਆ ਕਿ ਆਓ ਗੱਲਬਾਤ ਕਰੀਏ। ਇਸ ਵਾਰ 29 ਜਥੇਬੰਦੀਆਂ ਦਾ ਪ੍ਰੋਪਰ ਨਾਮ ਹੈ, ਆਗੂਆਂ ਦਾ ਨਾਮ ਹੈ। ਤੁਹਾਡਾ ਫਰਸਟ ਰਿਐਕਸ਼ਨ ਇਸ ਇਨਵੀਟੇਸ਼ਨ ਨੂੰ ਲੈ ਕੇ, ਸੱਦਾ ਪੱਤਰ ਨੂੰ ਲੈ ਕੇ? ਦੇਖੋ ਜੀ, ਜਿਹੜਾ ਅਸੀਂ ਗੱਲ ਕਹੀ ਸੀ, ਪਰ ਇਹਦਾ ਜਿਹੜਾ ਫੈਸਲਾ ਵਾ ਇਹ ਤੇ ਕੁੱਲ ਮਿਲਾ ਕੇ ਸਾਡੀ ਮੀਟਿੰਗ ਵਿੱਚ ਹੋਊਗਾ। ਆ ਰਹੀ ਆਵਾਜ਼ ਜੀ? ਆਵਾਜ਼ ਆ ਰਹੀ ਆ ਜੀ? ਹਾਂ, ਤੇ ਮੀਟਿੰਗ ਫੈਸਲਾ ਕਰਾਂਗੇ, ਪਰ ਜਿਹੜੀਆਂ ਗੱਲਾਂ ਅਸੀਂ ਕਹੀਆਂ ਸੀਗੀਆਂ ਵੀ ਹਰਿਆਣੇ ਤੇ ਦੇਸ਼ ਦੇ ਕਿਸਾਨਾਂ ਨੂੰ ਸੱਦਿਆ ਜਾਵੇ, ਤੇ ਪ੍ਰਧਾਨ ਮੰਤਰੀ ਜੀ ਖੁਦ ਮੀਟਿੰਗ ਸੱਦਣ,
ਉਹ ਪੱਖ ਦਾ ਇਹਦੇ ਵਿੱਚ ਕ੍ਰਿਸ਼ੀ ਮੰਤਰਾਲੇ ਜਿਹੜਾ ਵਾ ਐਗਰੀਕਲਚਰ ਉਹਨਾਂ ਹੀ ਮੀਟਿੰਗ ਸੱਦੀ ਆ। ਕੋਈ ਕਿਹੜੇ ਬੰਦੇ ਬਹਿਣਗੇ ਉਹ ਕਲੀਅਰ ਨਹੀਂ ਹੈਗਾ। ਇਹਦੇ ਬਾਵਜੂਦ ਵੀ ਕੱਲ ਮੀਟਿੰਗ ਕਰਕੇ ਇਹਦੇ ਬਾਰੇ ਕੋਈ ਫੈਸਲਾ ਕਰਕੇ ਗੱਲ ਕਰ ਸਕਾਂਗੇ। ਸਰਕਾਰ ਨੇ 14 ਤਰੀਕ ਨੂੰ ਮੀਟਿੰਗ ਸੀਗੀ, ਸਮਾਂ ਹੈਗਾ ਵਾ, ਉਦੋਂ ਬਾਅਦ ਪਤਾ ਲੱਗੂਗਾ ਵੀ ਸਰਕਾਰ ਕੀ ਕਰ ਰਹੀ ਹੈ। ਠੀਕ ਹੈ, ਇਸ ਲੈਟਰ ਦੇ ਵਿੱਚ ਬੰਦੇੜ ਸਾਹਿਬ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ 3 ਲਾਈਨਾਂ ਨੇ, ਕੁਝ ਜ਼ਿਆਦਾ ਉਹਦੇ ਵਿੱਚ ਕਿੰਤੂ ਪਰੰਤੂ ਨਹੀਂ ਹੈ। ਮੈਂ ਉਹਦੇ ਉੱਤੇ ਤੁਹਾਡਾ ਰਿਐਕਸ਼ਨ ਜ਼ਰੂਰ ਚਾਹੂੰਗਾ। ਉਹ ਕਹਿ ਰਹੇ ਨੇ ਕਿ ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ ਤੁਸੀਂ ਧਰਨੇ ਪ੍ਰਦਰਸ਼ਨ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਉਤਸੁਕ ਹਾਂ, ਆਓ ਤੇ ਗੱਲਬਾਤ ਕਰੋ। ਇਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੈਂਸ਼ਨ ਨਹੀਂ ਕਿ ਤੁਹਾਡੀ ਖੇਤੀਬਾੜੀ ਮੰਤਰੀ ਨਾਲ ਹੋਏਗੀ ਜਾਂ ਪ੍ਰਧਾਨ ਮੰਤਰੀ ਨਾਲ ਹੋਏਗੀ ਜਾਂ ਕਿਸ ਦੇ ਨਾਲ ਮੀਟਿੰਗ ਹੋਏਗੀ। ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਫਾਰਮੈਟ ਹੈ ਸੱਦਾ ਭੇਜਣ ਦਾ? ਵੇਖੋ ਜਿਹੜਾ ਸੱਦਾ ਵਾ, ਸੱਦੇ ਵਿੱਚ ਤਾਂ ਇਹਦਾ ਮੁੱਢਲਾ ਮੈਂ ਵੀ ਵੇਖਿਆ, ਉਹ ਪੜ੍ਹ ਲਿਆ, ਸਾਨੂੰ ਮੀਟਿੰਗ ਪਤਾ ਲੱਗ ਗਿਆ ਸੀਗਾ, ਚਿੱਠੀ ਦਾ ਪੜਿਆ, ਉਹਦੇ ਚੋਂ ਕੋਈ ਲੱਗਦਾ ਨਹੀਂਗਾ ਹਾਲ ਦੀ ਘੜੀ। ਫਿਰ ਵੀ ਉਹਨੂੰ ਧਿਆਨ ਨਾਲ ਵੇਖ ਕੇ ਦੱਸਾਂਗੇ। ਪਰ ਸਵਾਲ ਤਾਂ ਵੀ ਚੈਨਲਾਂ ਤੇ ਜਦੋਂ ਕੋਈ ਭਾਜਪਾ ਦੇ ਪ੍ਰਵਕਤਾ ਇਹ ਗੱਲ ਕਰ ਰਹੇ ਨੇ ਵੀ ਕਾਨੂੰਨ ਤਾਂ ਬਦਲੇ ਨਹੀਂ ਜਾਣੇ, ਪੱਥਰ ਤੇ ਲਕੀਰ ਆ, ਠੀਕ ਹੈ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ। ਇਹ ਤੋਂ ਕਾ ਪ੍ਰਧਾਨ ਮੰਤਰੀ ਜੀ ਕਹਿ ਰਹੇ ਵੀ 21ਵੀਂ ਸਦੀ ਦਾ ਵੱਧਵਾ ਕਾਨੂੰਨ ਤੋਂ ਡੈਡ ਲੌਕ ਤੇ ਉਧਰੋਂ ਬਣ ਗਿਆ ਨਾ, ਡੈਡ ਲੌਕ ਤੇ ਬਣ ਗਿਆ ਉਧਰੋਂ ਜੋ। ਤੇ ਜੇ ਬਾਕੀ ਗੱਲ ਤਾਂ ਫਿਰ ਹੁਣ ਤੋਂ ਥੋੜੀ ਦੇਰ ਪਹਿਲਾਂ 15 ਤੋਂ 20 ਮਿੰਟ ਪਹਿਲਾਂ 15 ਤੋਂ 20 ਮਿੰਟ ਪਹਿਲਾਂ ਸਾਡੇ ਨਾਲ ਜੁੜੇ ਹੋਏ ਸੀ ਸੁਰਜੀਤ ਜਿਆਣੀ, ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਤੇ ਉਹ ਕਹਿੰਦੇ ਨਜ਼ਰ ਆਏ ਕਿ ਇੱਕ ਤਾਂ ਕਿਸਾਨ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੇ ਕਿ ਜਿਹੜੀ 8 ਮੈਂਬਰੀ ਬੀਜੇਪੀ ਦੀ ਕਮੇਟੀ ਹੈ, ਤੇ ਦੂਜਾ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਿਸਾਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਇੱਕ ਖਰੜਾ ਤਿਆਰ ਕਰ ਲਓ ਕਿ ਉਹਦੇ ਵਿੱਚ ਪੁਆਇੰਟ ਲਿਖੋ ਕਿ ਸਾਨੂੰ ਆਹ ਦਿੱਕਤ ਹੈ ਕਾਨੂੰਨ ਦੇ ਵਿੱਚ ਤੇ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਦੇਖੋ ਗੱਲਬਾਤ ਐਵੇਂ ਹੁੰਦੀ ਹੈ। ਤੇ ਤੁਸੀਂ ਅਜਿਹਾ ਕੋਈ ਖਰੜਾ ਤਿਆਰ ਕੀਤਾ ਹੁਣ ਤੱਕ ਕਿ ਜਦੋਂ ਤੁਸੀਂ ਗੱਲਬਾਤ ਚਾਹੇ ਖੇਤੀਬਾੜੀ ਮੰਤਰੀ ਨਾਲ ਬੈਠੋ ਜਾਂ ਪ੍ਰਧਾਨ ਮੰਤਰੀ ਨਾਲ ਬੈਠੋ ਕਿ ਆਹ ਦੇਖੋ ਆਹ ਤੁਹਾਡੇ ਕਾਨੂੰਨ ਹੈ, ਇਸ ਦੇ ਵਿੱਚ ਸਾਨੂੰ ਆਹ 20 ਚੀਜ਼ਾਂ ਪਸੰਦ ਨਹੀਂ ਤੇ ਆਹ 20 ਚੀਜ਼ਾਂ ਤੁਸੀਂ ਪਾਈਆਂ ਨਹੀਂ, ਇਹਨਾਂ ਨੂੰ ਚੱਕ ਕੇ ਪਾਓ, ਅਸੀਂ ਰਾਜ਼ੀ ਹਾਂ, ਐਵੇਂ ਦੇ ਕੋਈ ਖਰੜੇ ਤਿਆਰ ਹੋ ਚੁੱਕੇ ਨੇ? ਵੇਖੋ ਇੱਕ ਤਾਂ ਸਰਬ ਸਾਂਝੀ ਮੀਟਿੰਗ ਸੀ ਜਿਹੜੀ ਇੱਕ ਪਾਸ ਸੀਗਾ, ਬਾਕੀ ਤਾਂ ਇੱਕ ਤੋਂ ਮੈਂ ਉਦਾਹਰਨ ਦੇਣਾ ਵੀ ਤੁਹਾਡਾ ਸਰੀਰ ਦੇ 100 ਹਿੱਸੇ ਨੂੰ ਕੱਟਣ ਲੱਗੇ ਆ, 100 ਹਿੱਸੇ ਆ, ਬੰਦਾ ਇਹ ਗੱਲ ਸਲਾਹ ਦਿੰਦਾ ਵੀ 100 ਹਿੱਸੇ ਤੁਸੀਂ ਸਰੀਰ ਮੇਰੇ ਨੂੰ ਕੱਟੋ ਨਾ, ਅਗਲੇ ਪੁੱਛ ਰਿਹਾ ਵੀ ਦੱਸੋ 50 ਹਿੱਸਾ ਕੱਟ ਲਈਏ, 10 ਕੱਟ ਲਈਏ, ਕਿਉਂਕਿ ਸਰੀਰ ਪੂਰੀ ਕਿਸਾਨੀ ਤੇ ਸਾਰਾ ਵਾਰ ਆ। ਅਸੀਂ ਕਹਿੰਦੇ ਪੂਰੇ ਕਾਨੂੰਨ ਰੱਦ ਕਰੋ, ਸਾਰੀ ਕੁੱਲ ਮਿਲਾ ਕੇ ਮੌਤ ਖਲੜਾ ਉੱਤੇ ਕੀ ਤਿਆਰ ਕਰ ਲਈਏ। ਹਾਂ ਇੱਕ ਪੱਖ ਸੀਗਾ ਸਾਡਾ, ਅਜੇ ਉਹਦੇ ਤੇ ਇੱਕ ਬਿੱਲ ਰਹਿ ਜਾਂਦਾ ਵਾ, ਜ਼ਰੂਰੀ ਵਸਤਾਂ ਦਾ ਕਾਨੂੰਨ, ਉਹ ਰਹਿ ਜਾਂਦਾ ਪਾਸੇ। ਉਵੇਂ MSP ਤੇ ਜਿਹੜੇ ਮੰਡੀ ਦਾ ਰੌਲਾ ਸੀ, ਅਸੀਂ ਕਿਹਾ ਸੀ ਵੀ ਇੱਕ ਕਾਨੂੰਨ ਪਾਸ ਕਰ ਦਿਓ ਵੀ ਕੋਈ ਵੀ ਵਪਾਰੀ MSP ਤੋਂ ਥੱਲੇ ਖਰੀਦ ਨਹੀਂ ਕਰੂਗਾ, ਕਾਨੂੰਨ ਬਣਾਓ। ਤੇ ਉਹਦੇ ਵਿੱਚ ਲਿਖੋ ਜੇ ਖਰੀਦੂਗਾ ਤਾਂ ਉੱਤੇ ਫੌਜਦਾਰੀ ਕੇਸ ਚੱਲੂਗਾ, ਕੇਂਦਰ ਭੱਜ ਗਿਆ ਉੱਤੋਂ ਮਨਸ਼ਾ ਸਾਫ਼ ਹੋ ਗਿਆ। ਇੱਕ ਗੱਲ ਤਾਂ ਕਲੀਅਰ ਸੀ, ਉਹ ਤੋਂ ਸਿਰਫ ਜ਼ਰੂਰੀ ਵਸਤਾਂ ਦਾ ਐਕਟ ਪਾਸੇ ਰਹਿ ਜਾਂਦਾ ਸੀਗਾ ਜੇ ਡੰਪ ਕਰਨ ਦਾ। ਪਰ ਮੈਂ ਕਹਿੰਦਾ ਸਵਾਲ ਆ ਵੀ ਜਦੋਂ ਸਾਡੇ ਸਰੀਰ ਦਾ ਹਿੱਸਾ ਸਾਰਾ ਸਰੀਰ ਆ, ਅਸੀਂ ਕਿਹੜੀ ਗੱਲ ਕਹੀਏ ਵੀ ਤੁਸੀਂ ਗੋਡਾ ਲਾ ਲਓ, ਸਾਡਾ ਮੋਢਾ ਲਾ ਲਓ, ਸਰੀਰ ਛੱਡ ਦਿਓ, ਉਹ ਗੱਲਾਂ ਐਂ ਕਰ ਰਹੇ ਆ ਵੀ 100 ਵਾਰ ਕਰਨਾ, ਉਹ ਚੋਂ 5 ਵਾਰ ਹੀ ਸਾਨੂੰ ਛੱਡ ਦੇਣ, ਠੀਕ ਹੈ। ਤਾਂ ਮਤਲਬ ਪੂਰੀ ਕਿਸਾਨੀ ਦਾ ਸਵਾਲ ਆ, ਜ਼ਿੰਦਗੀ ਮੌਤ ਦਾ ਸਵਾਲ ਆ, ਉਹਦੇ ਚ ਕੋਈ ਵੀ ਇਹੋ ਜਿਹੀ ਗੱਲ ਆਪਾਂ ਖਲੜੇ ਦੇ ਵਿੱਚ ਕਹਿ ਨਹੀਂ, ਆਪਾਂ ਤੇ ਉੱਪਰਲੀ ਕਹਿ ਰਹੇ ਵੀ ਕਾਨੂੰਨ ਵਾਪਸ ਲਏ ਜਾਣ, ਠੀਕ ਹੈ। ਜੇ ਸਰਕਾਰ ਕਹਿੰਦੀ ਆ ਵੀ ਕਿਸਾਨਾਂ ਨੂੰ ਸ਼ੰਕਾ ਵਾ, ਸੁਭਾ ਵਾ, ਇਹ ਵੀ ਗੱਲ ਚੰਗੀ ਆ ਗਈ, ਆਗੂਆਂ ਵੱਲੋਂ ਗੱਲ ਕਹਿ ਦਿੱਤੀ ਗਈ ਵੀ 6 ਮਹੀਨੇ ਕਾਨੂੰਨ ਵਾਪਸ ਲੈ ਲਓ, ਤੇ ਮੁੜ ਕੇ ਪਹਿਲੋਂ ਸਮਝਾ ਲਈਏ ਇੱਕ ਦੂਜੇ ਨੂੰ, ਫੇਰ ਲੈ ਆਵਾਂਗੇ, ਠੀਕ ਹੈ ਜੀ। ਪਰ ਸਰਕਾਰ ਕਿਸੇ ਗੱਲ ਤੇ ਖੜਨ ਨੂੰ ਤਿਆਰ ਨਹੀਂ ਹੈਗੀ। ਠੀਕ ਹੈ ਪੰਦੇਰ ਸਾਹਿਬ, ਇੱਕ ਮੀਟਿੰਗ ਵੀ ਚੱਲ ਰਹੀ ਸੀ ਅੱਜ, ਉਸ ਮੀਟਿੰਗ ਨੂੰ ਲੈ ਕੇ ਕੋਈ ਅਪਡੇਟ ਦੇ ਦਿਓ, ਉਸ ਦੇ ਵਿੱਚ ਕੋਈ ਅੱਗੇ ਦੀ ਰਣਨੀਤੀ ਤੈਅ ਹੋਈ ਜਾਂ ਹੋਣੀ ਅਜੇ ਮੀਟਿੰਗ? ਨਹੀਂ, ਅਸੀਂ ਮੀਟਿੰਗ ਕਰ ਲਈ ਆਪਣੀ ਯੂਨੀਅਨ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ, 2-3 ਰਾਊਂਡ ਰਾਤ ਵੀ ਲਾ ਲਿਆ। ਅਸੀਂ 2 ਵਜੇ ਪੌਣੇ 2 ਵਜੇ ਮੀਡੀਆ ਨੂੰ ਕਾਲ ਕੀਤਾ, ਉਹ ਅਗਲਾ ਐਲਾਨ ਕਰ ਦਿਆਂਗੇ ਕੀ ਹੈ ਸਾਡਾ ਜੱਟ। ਠੀਕ ਹੈ ਸਰ, ਰੇਲ ਰੋਕੋ ਅੰਦੋਲਨ ਜਾਰੀ ਰਹੇਗਾ? ਇਸ ਕਿਸਮ ਦੀਆਂ ਸੰਭਾਵਨਾਵਾਂ ਆਸ ਤਾਂ ਰੱਖੀ ਜਾਗਦੀ, ਫਿਰ ਵੀ ਕੁੱਲ ਮਿਲਾ ਕੇ ਕਿਉਂਕਿ ਜਿਹੜਾ ਪੰਜਾਬ ਸਰਕਾਰ ਦਾ ਪ੍ਰਚਾਰ ਪ੍ਰੋਪੋਗੰਡਾ ਆ ਰਿਹਾ ਬਿਜਲੀ ਨੂੰ ਲੈ ਕੇ, ਕੋਲੇ ਨੂੰ ਲੈ ਕੇ, ਹੋਰ ਵਸਤਾਂ ਨੂੰ, ਉਹਦਾ ਵੀ ਸਾਰਾ ਕੱਚਾ ਚਿੱਠਾ ਖੋਲਾਂਗੇ, ਸਾਰੇ ਤੱਥਾਂ ਸਮੇਤ ਦਵਾਂਗੇ ਕੀ ਗੱਲ ਹੈ ਕਿੱਥੇ ਆ। ਇਹ 2 ਵਜੇ ਆਪਾਂ ਫਾਈਨਲ ਦੱਸਾਂਗੇ ਉਹ ਜਦੋਂ ਮੀਡੀਆ ਕਾਲ ਕੀਤਾ ਦੇਵੀਦਾਸਪੁਰੇ। ਚਲੋ ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਕਿਸਾਨ ਆਗੂ ਸਾਡੇ ਨਾਲ ਜੁੜੇ ਹੋਏ ਸਨ ਪੰਦੇਰ ਸਾਹਿਬ, ਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਜਿਹੜਾ ਕੇਂਦਰ ਦੇ ਵੱਲੋਂ ਸੱਦਾ ਭੇਜਿਆ ਗਿਆ, ਉਸ ਸੱਦੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਕਿਸਾਨ ਜਥੇਬੰਦੀਆਂ ਬੈਠ ਕੇ ਗੱਲਬਾਤ ਕਰਨਗੀਆਂ। ਪਰ ਉਹ ਇਤਰਾਜ਼ ਜ਼ਰੂਰ ਜਤਾਉਂਦੇ ਨਜ਼ਰ ਆਏ ਕਿ ਅਸੀਂ ਤਾਂ ਕਹਿ ਰਹੇ ਸੀ ਕਿ ਡਾਇਰੈਕਟਲੀ ਤੁਸੀਂ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕਰਵਾਓ ਜਾਂ ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਵਾਓ। ਤੇ ਇੱਕ ਵਾਰ ਫਿਰ ਤੋਂ ਸਕੱਤਰ ਦੇ ਵੱਲੋਂ ਹੀ ਇਹ ਚਿੱਠੀ ਭੇਜੀ ਗਈ ਹੈ, ਉਸ ਨੂੰ ਲੈ ਕੇ ਇਤਰਾਜ਼ ਵੀ ਹੈ, ਪਰ 29 ਕਿਸਾਨ ਜਥੇਬੰਦੀਆਂ ਦਾ ਜ਼ਿਕਰ ਵੀ ਹੈ। ਤੇ ਦੂਜੇ ਪਾਸੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਹਿ ਰਹੇ ਸੀ ਕਿ ਸਿਰਫ ਪੰਜਾਬ ਨਹੀਂ ਬਲਕਿ ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਨੂੰ ਵੀ ਸੱਦਿਆ ਜਾਵੇ ਇਸ ਮੀਟਿੰਗ ਦੇ ਵਿੱਚ, ਉਹਨਾਂ ਦੇ ਨਾਲ ਵੀ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਹੈ, ਤੇ ਉਹ ਵੀ ਨਹੀਂ ਕੀਤਾ ਗਿਆ। ਉਸ ਨੂੰ ਵੀ ਧਿਆਨ
ਦੇਣਾ ਚਾਹੀਦਾ ਹੈ ਤੇ ਉਹ ਨਹੀਂ ਕੀਤਾ ਗਿਆ। ਉਸ ਦੇ ਉੱਤੇ ਸਰਕਾਰ ਕੀ ਕਹਿ ਰਹੀ ਹੈ, ਕੀ ਕਹੇਗੀ, ਉਹ ਜ਼ਰੂਰ ਸਰਕਾਰ ਉਸ ਦੇ ਉੱਤੇ ਗੌਰ ਕਰੇ। ਹੁਣ ਅੱਗੇ ਵਧਦੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਾਂਗੇ। ਸੰਗਤ ਦੇ ਲਈ, ਸਿੱਖ ਸੰਗਤ ਦੇ ਲਈ ਇੱਕ ਵੱਡੀ ਖਬਰ ਹੈ, ਜਲਦ ਖੁੱਲਣ ਜਾ ਰਿਹਾ ਹੈ ਕਰਤਾਰਪੁਰ ਲਾਂਘਾ। ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ, ਬੀਜੇਪੀ ਦੇ ਕੌਮੀ ਸਕੱਤਰ ਤਰੁਣ ਚੁੱਗ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ। ਕੌਮੀ ਜਨਰਲ ਸਕੱਤਰ ਤਰੁਣ ਚੁੱਗ ਦਾ ਬਿਆਨ ਹੈ, ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਲਾਂਘਾ ਖੋਲਣ ਦੇ ਲਈ ਤਿਆਰ ਹੈ, ਸਿਰਫ ਲੋਕਲ ਏਜੰਸੀਆਂ ਤੋਂ ਹਰੀ ਝੰਡੀ ਮਿਲਣ ਦਾ ਇੰਤਜ਼ਾਰ ਹੈ। ਕੋਰੋਨਾ ਦੇ ਚੱਲਦੇ ਮਾਰਚ ਤੋਂ ਬੰਦ ਪਿਆ ਕਰਤਾਰਪੁਰ ਲਾਂਘਾ। ਕਰਤਾਰਪੁਰ ਲਾਂਘਾ ਜਲਦ ਖੋਲੇਗੀ ਕੇਂਦਰ ਦੀ ਸਰਕਾਰ, ਇਹ ਸਾਫ਼ ਕੀਤਾ ਜਾ ਰਿਹਾ ਹੈ। ਹੁਣ ਤੁਹਾਨੂੰ ਦੱਸ ਦਈਏ ਕਿ ਕਰਤਾਰਪੁਰ ਲਾਂਘਾ ਜਲਦ ਖੋਲਣ ਦਾ ਐਲਾਨ ਜਲਦ ਕੀਤਾ ਜਾ ਸਕਦਾ ਹੈ। ਪੰਕਜ ਕਪਾਹੀ ਮੇਰੇ ਸਹਿਯੋਗੀ ਸਾਡੇ ਨਾਲ ਨੇ। ਪੰਕਜ, ਕੀ ਕੁਝ ਇਸ ਸਮੇਂ ਤੁਹਾਡੇ ਕੋਲ ਜਾਣਕਾਰੀ? ਤਰੁਣ ਚੁੱਗ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਕਰਤਾਰਪੁਰ ਕੋਰੀਡੋਰ ਜਿਹੜਾ ਵਾ ਇੱਕ ਵਾਰ ਫਿਰ ਤੋਂ ਖੋਲਣਾ ਚਾਹੁੰਦੀ ਹੈ, ਕਿਉਂਕਿ ਪਾਕਿਸਤਾਨ ਵੱਲੋਂ ਖੋਲਣ ਦੀ ਮਨਜ਼ੂਰੀ ਤਾਂ ਮਿਲ ਗਈ ਹੈ, ਲੇਕਿਨ ਭਾਰਤ ਸਰਕਾਰ ਨੇ ਅਜੇ ਤੈਅ ਨਹੀਂ ਕੀਤਾ। ਔਰ ਅਜਿਹੇ 'ਚ ਪੰਜਾਬ ਸਰਕਾਰ ਔਰ ਜੋ तमाम ਸੁਰੱਖਿਆ ਏਜੰਸੀਆਂ ਨੇ, ਅਗਰ ਉਹਨਾਂ ਵੱਲੋਂ ਕਲੀਅਰੈਂਸ ਮਿਲਦੀ ਹੈ ਤਾਂ ਕਰਤਾਰਪੁਰ ਕੋਰੀਡੋਰ ਜਲਦ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ ਸਕਦਾ ਹੈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਰਤਾਰਪੁਰ ਕੋਰੀਡੋਰ ਇੱਕ ਵਾਰ ਫਿਰ ਤੋਂ ਖੁੱਲੇ, ਕਿਉਂਕਿ ਤਰੁਣ ਚੁੱਗ ਹੋਰਾਂ ਨੇ ਕਿਹਾ ਕਿ ਜਿੱਥੇ ਬਾਕੀ ਧਾਰਮਿਕ ਥਾਵਾਂ ਖੁੱਲ ਗਈਆਂ ਨੇ ਤਾਂ ਕਰਤਾਰਪੁਰ ਕੋਰੀਡੋਰ ਵੀ ਖੁੱਲਣਾ ਚਾਹੀਦਾ ਹੈ। ਔਰ ਕੇਂਦਰ ਸਰਕਾਰ ਇਸ ਮੁਤਲਕ ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਤਿਆਰ ਹੈ, ਲੇਕਿਨ ਸੁਰੱਖਿਆ ਏਜੰਸੀਆਂ ਤੇ ਪੰਜਾਬ ਸਰਕਾਰ ਅਗਰ ਕਲੀਅਰੈਂਸ ਦਿੰਦੀ ਹੈ ਤਾਂ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਜਾਏਗਾ। ਗੌਰਵ, ਠੀਕ ਹੈ ਪੰਕਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਸੰਕੇਤ ਮਿਲ ਰਹੇ ਨੇ ਕਿ ਜਲਦੀ ਤੁਹਾਨੂੰ ਇੱਕ ਵਾਰ ਫਿਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਨੂੰ ਮਿਲਣਗੇ। ਪਵਿੱਤਰ ਧਰਤੀ ਦੇ ਕਰਤਾਰਪੁਰ ਲਾਂਘੇ ਦੇ ਜ਼ਰੀਏ ਥੋੜਾ ਜਿਹਾ ਇੰਤਜ਼ਾਰ ਅਜੇ ਹੋਰ ਕਰਨਾ ਪੈ ਸਕਦਾ ਹੈ, ਪਰ ਤੁਹਾਨੂੰ ਦੱਸ ਦਈਏ ਕਿ ਜ਼ਰੂਰ ਹੁਣ ਕੇਂਦਰ ਦੀ ਸਰਕਾਰ ਤੇ ਉਹਨਾਂ ਦੇ ਨੁਮਾਇੰਦੇ ਦੇ ਰਹੇ ਨੇ ਸੰਕੇਤ ਕਿ ਜਲਦ ਭਾਰਤ ਸਰਕਾਰ ਵੀ ਖੋਲਣ ਜਾ ਰਹੀ ਹੈ ਕਰਤਾਰਪੁਰ ਲਾਂਘਾ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ, ਮੈਨੂੰ ਇਜਾਜ਼ਤ ਦਿਓ। ਧੰਨਵਾਦ।